मैं ਤੁਹਾਨੂੰ ਐਜ਼ ਏ ਮੋਟੀਵੇਸ਼ਨਲ ਯਾਨੀ ਸਪੀਕਰ ਦੇ ਤੌਰ ਤੇ ਸੁਣਨਾ ਤੇ ਮੈਨੂੰ ਕੁਦਰਤੀ ਜਾਂ ਫਿਰ ਕਹਿ ਲਓ ਕਿ ਜੋ ਮੇਰੇ ਦਿਲ ਦਿਮਾਗ 'ਚ ਹੈ ਨਾ ਐਂਡ ਆਫ ਦਾ ਡੇ ਕੁਐਸਚਨ ਹੁੰਦੇ ਆ ਕਿ ਮੈਂ ਯਾਰ ਉਹ ਏਦਾਂ ਇਹ ਉਹ, ਬਟ ਤੁਸੀਂ ਗੱਲਾਂ ਕਰਕੇ ਮੈਨੂੰ ਵਧੀਆ ਲੱਗਦਾ ਤੁਹਾਡੀਆਂ ਗੱਲਾਂ ਸੁਣਨੀਆਂ। ਤੇ ਸਰ ਮੈਂ ਧਾਰਮਿਕ ਜਾਂ ਤਾਂ ਨਹੀਂ ਹੈਗਾ, ਪਰ ਜਿੱਦਾਂ ਤੁਸੀਂ ਗੱਲਾਂ ਕਰਦੇ ਆ ਇਹ ਉਹਦੀਆਂ ਉੱਥੋਂ ਤੁਹਾਨੂੰ ਨੌਲੇਜ ਮਿਲਦੀ ਆ। ਪਰ ਸਰ ਮੈਨੂੰ ਇੱਕ ਛੋਟਾ ਜਿਹਾ ਯਾਨੀ ਕਿ ਅਸਫਲ ਮੈਂ ਆਪਣੇ ਆਪ ਨੂੰ ਸਮਝਦਾ, ਕਿਉਂਕਿ ਜੇ ਪ੍ਰਮਾਤਮਾ ਵਿੱਚ ਲਾ ਦੇਵਾਂ ਫਿਰ ਹੋਰ ਗੱਲ, ਜੇ ਮੇਰੇ ਚੋਂ ਗੁਣ ਹੁੰਦਾ ਤੇ ਸ਼ਾਇਦ ਮੈਂ ਵਧੀਆ ਹੁੰਦਾ। ਮੈਨੂੰ ਤੁਸੀਂ ਆਪਣੀ ਸਪੀਚ ਦੇ ਵਿੱਚ ਨਾ ਕਦੀ ਕਿਸੇ ਵੇਲੇ ਵੀ ਤੁਹਾਡੇ ਕੋਲ ਟਾਈਮ ਲੱਗਾ ਤਾਂ ਪਲੀਜ਼ ਬਿਜ਼ਨਸ ਦੇ ਰਿਗਾਰਡਿੰਗ ਕੋਈ ਮੋਟੀਵੇਸ਼ਨ ਸਪੀਚ ਦਿਓ ਕਿ ਕਿੱਦਾਂ ਬੰਦਾ ਗਾਹਾਂ ਵੱਧ ਸਕਦਾ। ਬਸ ਤੁਹਾਨੂੰ ਇੱਕ ਰਿਕੁਐਸਟ ਕਰਨੀ ਸਾਰਿਆਂ ਦੇ ਵੀਰਾ ਛੋਟੀ ਜਿਹੀ ਗੱਲ ਆ, ਸਾਰਿਆਂ ਦੇ ਵਿੱਚ ਸਭ ਕੁਛ ਬਣਨ ਦੀ ਯੋਗਤਾ ਨਹੀਂ ਹੁੰਦੀ। ਇਹ ਤਾਂ ਗੱਲ ਹੈ, ਠੀਕ ਹੈ। ਜੇ ਨਾ ਦੇਖੋ ਜਿੰਨੀ ਕਿ ਸਾਡੀ ਉਮਰ ਆ ਇਸ ਬ੍ਰਹਮੰਡ ਦੇ ਵਿੱਚ, ਉਹਦੇ ਚ ਇੰਪੋਰਟੈਂਟ ਇਹ ਆ ਵੀ ਜਿਹੜਾ ਸਾਡਾ ਟਾਈਮ ਲੰਘ ਰਿਹਾ ਨਾ ਉਹ ਸਟ੍ਰੈਸ ਤੋਂ ਫ੍ਰੀ ਲੰਘੇ। ਜੇ ਉਹ ਸਿੱਖ ਲਿਆ ਅਸੀਂ, ਦੇਖੋ ਸੁਨਾਮੀ ਆਉਂਦੀ ਆ, ਅਰਥਕੁਏਕ ਆਉਂਦੇ ਆ, ਕਰੋਨਾ ਵਾਇਰਸ ਆਇਆ, ਗੱਡੀ ਤੇ ਜਾਂਦੇ ਬੰਦੇ ਦਾ ਐਕਸੀਡੈਂਟ ਹੁੰਦਾ, ਪਤਾ ਹੈ ਕਿਤੇ ਗਰੰਟੀ ਆ ਨਹੀਂ। ਜਿਨ੍ਹਾਂ ਦੇ ਬਹੁਤ ਵੱਡੇ ਬਿਜ਼ਨਸ ਆ ਉਹ ਕਿੰਨੇ ਕੁ ਹਜ਼ਾਰ ਸਾਲ ਜੀ ਲੈਂਦੇ ਆ ਧਰਤੀ ਤੇ? ਨਹੀਂ ਜੀ ਸਰ, ਉਹ ਚਲੋ ਮਤਲਬ ਖਾਣ ਨੂੰ ਕੀ ਖਾਂਦੇ ਆ? ਉਹ ਖਾਣ ਨੂੰ ਤਾਂ ਜੋ ਖਾਂਦੇ ਹੋਏ ਖਾਂਦੇ ਨਹੀਂ। ਮਤਲਬ ਜੇ ਕਿਸੇ ਦਾ ਬਿਜ਼ਨਸ ਬਹੁਤ ਵੱਡਾ ਹੈ ਪਰ ਸ਼ੂਗਰ ਵਧੀਆ ਹੋਵਾ, ਉਹਦੀ ਕੋਲੇਸਟ੍ਰੋਲ ਹਾਈ ਆ, ਮਤਲਬ ਕਾਹਦਾ ਜੀਣਾ ਹੋਊਗਾ? ਕੋਈ ਖਾ ਨਹੀਂ ਸਕੂਗਾ ਉਹ। ਇਹ ਤਾਂ ਹੈ ਜੀ। ਪਰ ਸਰ ਮੈਂ ਤੁਹਾਡੀ ਗੱਲ ਤੋਂ ਸਮਝਦਾ, ਪਰ ਇੱਕ ਚਾਹ ਹੁੰਦੀ ਹੈ ਦਿਲ ਚ ਬਣਨ ਦੀ, ਉਹਦੇ ਲਈ ਮੈਂ ਵਰਕਆਊਟ ਵੀ ਕਰਦਾ ਨਹੀਂ। ਉਹਦੇ ਚ ਪ੍ਰੋਬਲਮ ਪਤਾ ਕੀ ਆ ਵੀਰਾ? ਇੱਕ ਹੁੰਦੀ ਇੱਛਾ, ਇੱਕ ਹੁੰਦਾ ਉਦੇਸ਼। ਜਿਹੜੀ ਇੱਛਾ ਹੈ ਨਾ, ਇੱਛਾ ਤਾਂ ਤੁਸੀਂ ਪਾਲ ਸਕਦੇ। ਬੰਦਾ ਕਹੇ ਵੀ ਮੈਂ ਪ੍ਰਿਯੰਕਾ ਚੋਪੜਾ ਨਾਲ ਵਿਆਹ ਕਰਾਉਣਾ, ਮੇਰੀ ਇੱਛਾ ਆ, ਠੀਕ ਹੈ। ਉਹ ਇੱਛਾ ਦੇ ਵਿੱਚ ਤੁਹਾਡੀ ਯੋਗਤਾ, ਤੁਹਾਡੀ ਕੈਪੇਬਿਲਿਟੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਹਾਊ ਟੂ ਬਿਕਮ ਉਹਦੇ ਲਈ ਕਿੱਦਾਂ ਮੈਂ ਯੋਗ ਬਣਾ ਜੀ? ਉਹ ਉਦੇਸ਼ ਮਿਥੋ। ਉਦੇਸ਼ ਮਿਥਣ ਲਈ ਜਿੰਨੀ ਤੁਹਾਡੀ ਯੋਗਤਾ ਹੈ ਨਾ, ਉਹਨੂੰ ਪਛਾਣੋ, ਉਹਦੇ ਨੇੜੇ ਜਾਏ ਦਾ ਉਦੇਸ਼ ਮਿਥੋ, ਉਹਨੂੰ ਪੂਰਾ ਕਰੋ। ਉਹਦੇ ਯੋਗਤਾ ਨੂੰ ਪਛਾਣ ਕੇ ਤੇ ਉਹਦੇ ਨੇੜੇ ਜਾਣ ਦਾ ਉਦੇਸ਼ ਮਿਥੋ। ਨਹੀਂ, ਯੋਗਤਾ ਦੇ ਅਨੁਕੂਲ ਨੇੜੇ ਤੋਂ ਨੇੜੇ ਦਾ ਉਦੇਸ਼ ਮਿਥੋ। ਜੇ ਮੰਨ ਲਓ ਤੁਹਾਡੀ ਯੋਗਤਾ ਹੈਗੀ ਆ ਹਫ਼ਤੇ ਦਾ $500 ਕਮਾਉਣ ਦੀ, ਤੇ ਜੇ ਤੁਸੀਂ ਉਦੇਸ਼ ਮਿਥ ਲਿਆ 7000 ਕਮਾਉਣ ਦਾ, ਉਹ ਪੂਰਾ ਹੋ ਜਾਊਗਾ। ਜੇ ਯੋਗਤਾ ਆ ਫਿਰ ਨਹੀਂ, ਯੋਗਤਾ 500 ਦੀ ਫੇਰ ਨਹੀਂ ਹੋਣਾ। ਹਾਂ, ਹੁਣ ਯੋਗਤਾ 500 ਦੀ ਆ, ਜੇ ਤੁਸੀਂ 550 ਕਮਾਉਣ ਦਾ ਆਦੇਸ਼ ਮਿਥ ਲਓਗੇ ਉਹ ਹੋ ਸਕਦਾ ਹੈ। ਪਰ ਸਰ ਜੀ ਇੱਧਰ ਗੱਲ ਇਹ ਹੈ ਕਿ ਯੋਗਤਾ ਤਾਂ ਬਹੁਤ ਆ, ਪਰ ਇੱਕ ਡਰ ਜਿਹਾ ਸਟੈਪ ਲੈਣ ਦਾ, ਉਹਦੇ ਲਈ ਵੀ ਵੀਰਾ ਖਤਰੇ ਮੁੱਲ ਲੈਣੇ ਪੈਂਦੇ ਆ। ਪਹਿਲਾਂ ਛੋਟਾ ਇਦਾਂ, ਜੇ ਤੁਸੀਂ ਇਦਾਂ ਦੇਖਦੇ ਨਾ ਵੀ ਮੇਰੇ ਚ ਯੋਗਤਾ ਹੈਗੀ ਆ ਅੰਬਾਨੀ ਜਿੰਨੀ, ਪਰ ਨਹੀਂ, ਪਰ ਮੇਰੇ ਕੋਲ $4 ਲੱਖ ਆ, ਜੇ ਮੈਂ ਸਾਰਾ ਲਾਤਾ ਖਰਾਬ ਹੋ ਜਾਣਾ। ਹੁਣ ਜੇ ਯੋਗਤਾ ਅੰਬਾਨੀ ਜਿੰਨੀ ਆ ਨਾ, ਤੁਹਾਨੂੰ ਲੱਗਦਾ ਹੈ ਵੀ ਬਹੁਤ ਯੋਗਤਾ ਹੈ ਮੇਰੇ ਚ, ਤੇ $50,000 ਲਾ ਕੇ ਕੋਈ ਕੰਮ ਸ਼ੁਰੂ ਕਰ ਲਓ। ਉਹਦੇ ਚ ਦੇਖੋ ਵੀ ਕਸਟਮਰ ਕੇਅਰ ਤੁਸੀਂ ਕਰ ਸਕਦੇ ਆ ਚੰਗੀ ਤਰ੍ਹਾਂ, ਸਬਰ ਹੈਗਾ ਆ। ਸੌਰੀ, ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਪਰ ਮੈਂ ਪੱਕਾ ਨਹੀਂ ਹੈਗਾ ਆਸਟ੍ਰੇਲੀਆ ਚ। ਫਿਰ ਅਜੇ ਆਪਣਾ ਧਿਆਨ ਇਸ ਗੱਲ ਤੇ ਕੇਂਦਰਿਤ ਕਰੋ ਵੀ ਉਹ ਕੰਮ ਖੋਲਿਆ ਜਾਵੇ, ਉਹ ਜੌਬ ਲੱਭੀ ਜਾਵੇ ਜਿਹਦੇ ਰਾਹੀਂ ਪੱਕੇ ਹੋਵੋ ਤੁਸੀਂ। ਉਹ ਵੀ ਕਰਕੇ ਦੇਖਿਆ, 2 ਵਾਰ ਧੋਖੇ ਮਿਲੇ, ਫੇਰ ਵੀ ਆਪਣਾ ਕੰਮ ਚੱਲਦਾ ਛੋਟਾ ਜਿਹਾ। ਮੈਂ ਛੋਟਾ ਜਿਹਾ ਸਬ ਕੰਟਰੈਕਟਰ, ਪਰ ਕੰਮ ਬਹੁਤ ਆਉਂਦਾ, ਪਰ
ਜਿਗਰਾ ਜਿਹਾ ਨਹੀਂ ਪੈਂਦਾ ਕਿ ਪੱਕਾ ਨਾ ਹੋਣ ਕਰਕੇ ਕੰਮ ਫਿਰ ਅਜੇ ਮੈਂ ਉਹੀ ਕਹਿੰਦਾ, ਸਬਰ ਪਾਲਣਾ ਪੈਣਾ ਵੀਰਾ। ਇਦਾਂ ਦੇਖੋ, ਕਦੇ ਵੀ ਜੇ ਨਾ ਤੁਹਾਡੇ ਕੋਲ ਇੱਕ ਗੁੜ ਦੀ ਪੇਸੀ ਆ, ਹਾਂਜੀ, ਉਹਦੇ ਨਾਲ ਪੂਰਾ ਟੋਭਾ ਨਹੀਂ ਮਿੱਠਾ ਕਰ ਸਕਦੇ ਤੁਸੀਂ। ਓਏ ਹੋਏ, ਠੀਕ ਹੈ, ਸਬਰ ਰੱਖੋ। ਜ਼ਿੰਦਗੀ ਚ ਨਾ, ਦੁਨੀਆ ਚ ਬਹੁਤ ਛੋਟੇ ਲੋਕ ਵੀ ਹੈਗੇ ਆ ਜਿਨ੍ਹਾਂ ਨੂੰ ਡੰਗ ਦੀ ਰੋਟੀ ਵੀ ਨਹੀਂ ਨਸੀਬ ਹੁੰਦੀ। ਹਾਂਜੀ, ਤੁਸੀਂ ਜੇ ਨਾ ਜ਼ਿੰਦਗੀ ਨੂੰ ਇਦਾਂ ਦੇਖ ਲਓਗੇ, ਜ਼ਿੰਦਗੀ ਨੂੰ ਵੰਡ ਲਓ ਪਏ, ਮੰਨ ਲਓ 70 ਸਾਲ ਜੀਣਾ ਮੈਂ, ਉਹਦੇ ਵਿੱਚ ਵਿਆਹ ਹੋ ਗਿਆ ਆ, ਵਿਆਹ ਨਹੀਂ ਹੋਇਆ, ਓਕੇ, ਤੁਸੀਂ ਇਹ ਤੱਕੋ ਪਏ ਮੈਂ 5 ਸਾਲ ਵਿੱਚ ਪੱਕਾ ਹੋ ਜਾਵਾਂ, ਨਾਲੇ ਵਿਆਹ ਹੋ ਜਾਵੇ ਮੇਰਾ, ਉਹ ਤੋਂ ਗਾਹਾਂ 10 ਸਾਲ ਵਿੱਚ ਮੇਰਾ ਆਪਣਾ ਘਰ ਹੋ ਜਾਵੇ, ਜਦੋਂ ਤੱਕ ਮੇਰੇ 1-2 ਨਿਆਣੇ ਹੋਣ, ਹਾਂਜੀ, ਤੇ ਨਿਆਣੇ ਪੜ੍ਹਨ ਲੱਗਣ, ਉਹਨਾਂ ਜੋਗਾ ਮੈਂ ਕਮਾਉਣ ਲੱਗ ਪਵਾਂ। ਤੇ ਜਦੋਂ ਮੈਂ 50-55 ਸਾਲ ਦਾ ਹੋਵਾਂ, ਬੱਚੇ ਵਧੀਆ ਸਕੂਲ ਚ ਪੜ੍ਹੇ ਹੋਣਗੇ, ਮੈਂ ਤੇ ਮੇਰੀ ਵਾਈਫ ਅਸੀਂ ਖੁਸ਼ ਹੋਵਾਂਗੇ। ਜਿਹੜੇ ਬੱਚਿਆਂ ਦੀ ਜ਼ਿੰਦਗੀ ਆ ਉਹ ਸਵਰਗ ਹੋ ਜਾਣੀ ਆ। ਠੀਕ ਹੈ ਜੀ। ਉਦੋਂ ਇੱਕ ਕਲਪਨਾ ਕਰਕੇ ਦੇਖੋ ਵੀ ਤੁਹਾਡੇ 2 ਬੱਚੇ ਆ, ਉਹ ਜਾਂ ਇੱਕ ਬੱਚਾ ਆਪਣੀ ਨੌਕਰੀ ਤੇ ਲੱਗਾ ਆ, ਵਧੀਆ ਸੋਹਣੀ ਕੁੜੀ ਨਾਲ ਵਿਆਹ ਹੋ ਗਿਆ, ਉਹ ਮਜ਼ੇ ਨਾਲ ਰਹਿ ਰਹੇ ਆ। ਉਹ ਜੀ ਪਰ ਗੱਲ ਤਾਂ ਸੌਰੀ ਯਾਰ ਭਾਜੀ, ਮੈਂ ਤੁਹਾਨੂੰ ਯਾਰ ਕਹਿਤਾ, ਪਰ ਆਈ ਰਿਸਪੈਕਟ ਯੂ। ਤੇ ਮੇਰੀ ਸਿਚੁਏਸ਼ਨ, ਮੈਂ ਤੁਹਾਨੂੰ ਸੌਰੀ, ਮੈਂ ਤੁਹਾਡਾ ਜੋ ਚੱਲ ਰਿਹਾ ਸੀ ਉਹ ਤੋਂ ਮੈਂ ਭਟਕਾ ਰਿਹਾ, ਪਰ ਮੈਂ ਆਈ ਲਵ ਯੂ ਲਿਸਨ ਐਜ਼ ਏ, ਮੈਂ ਤੁਹਾਡੀਆਂ ਛੋਟੀਆਂ ਗੱਲਾਂ ਚੋਂ ਨਾ ਆਪਣੀ ਜ਼ਿੰਦਗੀ ਨੂੰ ਮੋਟੀਵੇਟ ਕਰਨ ਦੇ ਅੰਸ਼ ਲੱਭਦਾ ਹੁੰਦਾ। ਪਰ ਵੀਰੇ ਦੇਖੋ, ਜਿਹੜੀ ਨਾ ਗੱਲ ਤੁਸੀਂ ਕਰਦੇ, ਜਿਹੜੀ ਤੁਹਾਡੀ ਸਿਚੁਏਸ਼ਨ ਆ, ਹਾਂਜੀ, ਤੁਸੀਂ ਤਾਸ਼ ਆਉਂਦੀ ਤੁਹਾਨੂੰ? ਨਹੀਂ, ਮੈਂ ਐਡਾ ਮੈਥਮੈਟਿਕਸ ਚ ਚੰਗਾ ਨਹੀਂ ਹੈਗਾ ਭਾਜੀ, ਮੈਨੂੰ ਭਾਬੀ ਤੋਂ ਛੁੱਟ ਕੁਛ ਨਹੀਂ ਆਉਂਦਾ। ਭਾਬੀ ਆਉਂਦੀ ਆ? ਹਾਂਜੀ। ਜੇ ਤੁਹਾਨੂੰ ਜਦੋਂ ਪੱਤੇ ਵੰਡ ਹੋਣ ਲੱਗੇ ਆ, ਹਾਂਜੀ, ਜੇ ਤੁਹਾਨੂੰ ਗੋਲਾ, 3 ਬੇਗੀਆਂ, 1 ਬਾਦਸ਼ਾਹ, ਯੱਕਾ, ਹਾਂਜੀ, ਭਾਰੇ ਪੱਤੇ ਆ ਜਾਣ, ਤੇ ਆ ਜਾਣ ਸਾਰੇ ਹੁਕਮ ਦੇ, ਹਾਂਜੀ, ਜਿੱਤਣ ਦਾ ਸੁਪਨਾ ਦੇਖ ਸਕਦੇ ਆ। ਪਰ ਉਹ ਜਿੱਤਣ ਦਾ ਸੁਪਨਾ ਤਾਂ ਫਿਰ ਮੈਂ ਗੇਮ ਜ਼ਰੂਰ ਖੇਡੂੰਗਾ, ਪਰ ਫਿਰ ਉਹਦੇ ਚ ਮੈਂ ਥੋੜਾ ਜਿਹਾ ਆਪਣਾ ਕਹਿੰਦਾ ਕਿ ਹੱਥ ਦੀ ਸਫਾਈ ਵੀ ਦੱਸੂਗਾ। ਬਸ ਉਹ ਏਦਾਂ ਜ਼ਿੰਦਗੀ ਨੂੰ ਜੀਓ। ਇਹਨੂੰ ਜਿੱਥੇ ਇਸ ਵੇਲੇ ਆ ਤੁਸੀਂ, ਹਾਂਜੀ, ਸਮਝ ਲਓ ਭਈ ਭਾਬੀ ਦੇਰ ਖੇਡ ਰਹੇ ਆ, ਭਾਰੇ ਪੱਤੇ ਆ ਗਏ ਆ, ਮਤਲਬ ਆ ਜਿਹੜਾ ਅਜੇ ਪੱਕੇ ਹੋਏ ਨਹੀਂ, ਠੀਕ ਆ, ਬਿਜ਼ਨਸ ਅਜੇ ਸੈੱਟ ਨਹੀਂ, ਹਨਾ, ਇਹ ਬਾਜੀ ਲੰਘ ਜਾਣੀ ਆ। ਹਾਂਜੀ, ਮੈਂ ਨਾ ਇੱਥੇ ਨਿਊਜ਼ੀਲੈਂਡ ਚ ਬਹੁਤ ਬੰਦਿਆਂ ਨੂੰ ਜਾਣਦਾ। ਠੀਕ ਹੈ ਜੀ। ਜਦੋਂ ਅਸੀਂ ਆਏ ਆ, ਹਾਂਜੀ, ਜਦੋਂ ਮੈਂ ਆਇਆ, ਮੇਰੀ ਜੌਬ ਵਧੀਆ ਸੀ, ਠੀਕ ਹੈ ਜੀ। ਮੇਰੇ ਨਾਲ 1-2 ਬੰਦੇ, ਉਹਨਾਂ ਨੇ ਬਿਜ਼ਨਸ ਕਰ ਲਿਆ, ਇਦਾਂ ਚੰਗੇ ਕੰਮਾਂ ਤੇ ਮੈਨੇਜਰ ਆ, ਕੋਈ ਕਿਸੇ ਦਾ ਆਪਣਾ ਕੰਮ ਆ, ਇਦਾਂ, ਹਨਾ। ਕਈ ਬੰਦੇ ਮੈਂ ਇਦਾਂ ਦੇ ਆ ਜਿਹੜੇ ਅਨਪੜ੍ਹ ਸੀ ਉਦੋਂ, ਠੀਕ ਹੈ ਜੀ, ਉਹ ਕੁਛ ਨਹੀਂ ਸੀ ਕਰ ਸਕਦੇ, ਠੀਕ ਹੈ ਜੀ, ਛੋਟੀਆਂ ਜੌਬਾਂ ਕਰਦੇ ਸੀ, ਠੀਕ ਹੈ ਜੀ। ਪਰ ਜਦੋਂ ਨਾ ਸਾਨੂੰ ਆਇਆ ਨੂੰ 1-2 ਸਾਲ ਹੋਏ, ਹਾਂਜੀ, ਅਸੀਂ ਤਾਂ ਇਸ ਗੁਮਾਨ ਚ ਰਹਿ ਗਏ ਭਈ ਸਾਨੂੰ ਇੰਗਲਿਸ਼ ਆਉਂਦੀ ਆ, ਅਸੀਂ ਸੋਹਣੀ ਜੌਬ ਕਰਦੇ ਆ। ਹਾਂਜੀ, ਉਹ ਬੰਦੇ, ਅਸੀਂ ਵੀਜ਼ੇ ਵਧਾਉਂਦੇ ਰਹੇ, ਲੀਗਲ ਰਹਿ ਗਏ। ਉਹ ਬੰਦੇ ਇੰਗਲਿਸ਼ ਘੱਟ ਆਉਂਦੀ ਸੀ, ਫਾਰਮਾਂ ਚ ਕੰਮ ਕਰਦੇ ਸੀ, ਉਹਨੇ ਵੀਜ਼ੇ ਨਾ ਵਧਵਾਏ। ਹਾਂਜੀ, ਕਾਨੂੰਨ ਬਣ ਗਿਆ ਵੀ ਜਿਹੜੇ ਓਵਰਸਟੇ ਆ ਉਹ ਪੱਕੇ ਕਰ ਦੇਣੇ ਆ। ਓਕੇ, ਉਹ 1.5 ਸਾਲ ਚ ਪੱਕੇ ਹੋ ਗਏ। ਠੀਕ ਹੈ। ਅੱਛਾ, ਸਾਨੂੰ ਲੱਗਦਾ ਸੀ ਅਸੀਂ ਯੰਗ ਆ, ਉਹ ਸਾਡੇ ਤੋਂ 15 ਸਾਲ ਵੱਡੇ ਆ, ਇਹ ਥੋੜਾ ਸਫਲ ਹੋ ਜਾਣਗੇ ਇੰਨੇ, ਪਰ ਉਹਨਾਂ ਦੇ ਟੱਬਰ ਸੀ ਪਿੱਛੇ, 3 ਨਿਆਣੇ ਸੀ। ਜਦੋਂ ਪੱਕੇ ਹੋਏ ਇੱਕਦਮ ਟੱਬਰ ਆ ਗਏ। ਠੀਕ। ਹੁਣ 10-12 ਸਾਲ ਦਾ ਮੁੰਡਾ ਆ, ਮੰਨ ਲਓ 14-15 ਸਾਲ ਦੀ ਕੁੜੀ ਆ, 6-7 ਸਾਲ ਵਿੱਚ ਉਹ ਫੈਕਟਰੀਆਂ 'ਚ ਕੰਮ ਕਰਨ ਲੱਗ ਪਏ। ਹਾਂਜੀ। ਜੇ ਫਾਰਮ 'ਚ ਕੰਮ ਕੀਤਾ, 3 ਨਿਆਣੇ ਆ, 3ਵੀਂ ਆਦਮੀ ਆ ਪਿਆ। ਹਾਂਜੀ। ਸਾਲ ਬਾਅਦ ਮੰਮੀ ਡੈਡੀ ਸੱਦ ਲੈ, 7-8 ਜਣੇ ਫਾਰਮ 'ਚ ਕੰਮ ਕਰਦੇ ਰਹੇ। ਠੀਕ ਹੈ। ਉਹਨਾਂ ਨੇ ਸਾਨੂੰ 20 ਸਾਲ ਵਿਆਹ ਕਰਾਉਣ ਨੂੰ ਲੱਗ ਗਏ। ਠੀਕ ਹੈ। ਉਹਨਾਂ ਨੇ 10 ਸਾਲਾਂ 'ਚ ਫਾਰਮ ਲੈ ਲਏ।
ਹੁਣ ਮਤਲਬ ਹੋਇਆ ਕਿ ਜਿਹੜੀ ਪਹਿਲੀ ਬਾਜੀ ਸੀ ਤਾਸ਼ ਦੀ, ਉਹਦੇ ਵਿੱਚ ਉਹਨਾਂ ਕੋਲ ਕੱਖ ਨਹੀਂ ਸੀ, ਉਹ ਹਾਰ ਗਏ ਉਹ। ਪਰ ਜਦੋਂ ਦੂਜੀ ਬਾਜੀ ਲੱਗੀ, ਦੂਜੀ ਥੋੜਾ ਅੱਗੇ ਵਧ ਗਏ। ਬਸ ਜੇ ਨਾ ਜ਼ਿੰਦਗੀ ਨੂੰ ਏਦਾਂ ਦੇਖੂਗੇ, ਵੱਡੀ ਗੱਲ ਪਤਾ ਕੀ ਆ ਵੀਰਾ, ਜੇ ਤੇਰੇ ਕੋਲ ਕਰੋੜ ਵੀ ਆ ਜਾਣ, ਆ ਜਿਹੜੀ ਨਾ ਤੇਰੇ ਅੰਦਰ ਇਸ ਵੇਲੇ ਫਰਸਟ੍ਰੇਸ਼ਨ ਆ, ਜਿਹੜੀ ਤੈਨੂੰ ਸਟ੍ਰੈਸ ਆ, ਜਿਹੜਾ ਤੈਨੂੰ ਪਛੜੇ ਹੋਣ ਦਾ ਅਹਿਸਾਸ ਹੋਇਆ ਆ, ਇਹ ਨਹੀਂ ਜਾਣਾ, ਇਹ ਤੈਨੂੰ ਆਪ ਭਜਾਉਣਾ ਪੈਣਾ ਆਪਣੇ ਅੰਦਰੋਂ। ਇਹ ਤਾਂ ਤੁਹਾਡੀ ਜੀ, ਮੈਂ ਪਿਛਲੀ, ਮੈਨੂੰ ਨਹੀਂ ਪਤਾ ਕਿਹੜੀ ਸਪੀਚ ਮੈਂ ਤੁਹਾਡੀ ਸੁਣੀ ਸੀ, ਉਹਦੇ ਤੁਸੀਂ ਕਿਹਾ ਸੀ ਕਿ ਤੁਸੀਂ ਹਨਾ ਕਿਸੇ ਨੂੰ ਦੇਖ ਕੇ ਕਿ ਉਹ ਉੱਥੇ ਆ, ਉੱਥੇ ਮੈਨੂੰ ਹੋਣਾ ਚਾਹੀਦਾ, ਇਹ ਸਟ੍ਰੈਸ ਲੈਣੀ ਛੱਡ ਦੇ। ਜਿਹੜੀ ਤੇਰੇ ਕੋਲ ਇਸ ਵੇਲੇ ਟਾਈਮ ਆ, ਤੂੰ ਉਹਦੇ ਚ ਜੀਣਾ ਸਿੱਖ, ਉਹਨੂੰ ਐਡਮਿਟ ਕਰਕੇ ਗਾਹਾਂ ਲਈ ਚੰਗੇ ਡਿਸੀਜਨ ਲੈ। ਉਹਦੇ ਤੇ ਤਾਂ ਮੈਂ ਵਰਕਆਊਟ ਕਰ ਰਿਹਾ, ਤੇ ਪ੍ਰਮਾਤਮਾ ਦੀ ਕਹਿਲਾ ਕਿ ਜੋ ਵੀ ਹੈਗਾ ਪਰ ਵਧੀਆ ਰਿਜ਼ਲਟ ਆ ਰਿਹਾ। ਨਹੀਂ ਉਹ ਪਰ ਗੱਲ ਦੇਖੋ ਇਹ ਆ ਕਿ ਸਰ ਜੀ ਜਿਹੜੀ ਨਾ ਪ੍ਰੋਬਲਮ ਆ ਸਾਡੀ, ਉਹ ਇਹ ਆ ਵੀ ਅਸੀਂ ਜਿੱਥੇ ਹੈਗੇ ਆ ਉਹਦੇ ਨਾਲ ਸੰਤੁਸ਼ਟ ਨਹੀਂ ਹੈਗੇ। ਨਹੀਂ ਹੈਗਾ, ਮੈਂ ਨਹੀਂ ਹੈਗਾ ਜਿੱਥੇ, ਜਦ ਕਿ ਸਿੱਖਣਾ ਇਹ ਪੈਣਾ ਵੀ ਜਿੱਥੇ ਮੈਂ ਹੈਗਾ ਆ, ਮੈਨੂੰ ਲੱਗਦਾ ਮੈਂ ਪਹਿਲਾਂ ਨਾਲੋਂ ਠੀਕ ਆ, ਉਦਾਂ ਮੈਂ ਠੀਕ ਆ, ਵਧੀਆ। ਜੇ ਨਾ ਹੋਪ ਫॉर ਦੀ ਬੈਸਟ ਤੇ ਪ੍ਰਪੇਅਰ ਫॉर ਦੀ ਵਰਸਟ ਰੱਖੋ, ਤਿਆਰੀ ਆਪਣੀ ਰੱਖੋ, ਜੋਸ਼ ਰੱਖੋ ਅੱਗੇ ਵਧਣ ਦਾ, ਪਰ ਤਿਆਰੀ ਇਹ ਰੱਖੋ ਵੀ ਜੇ ਮੈਂ ਫੇਲ ਹੋ ਗਿਆ ਫਿਰ ਵੀ ਮੈਂ ਖੁਸ਼ ਕਿੱਦਾਂ ਰਹਿਣਾ ਹੈ। ਕੁਛ ਨਹੀਂ, ਦੁਨੀਆ ਦੀ ਕੋਈ ਤਾਕਤ ਨਹੀਂ ਐਸੀ, ਕੋਈ ਸ਼ਕਤੀ ਨਹੀਂ ਐਸੀ ਜਿਹੜੀ ਤੁਹਾਨੂੰ ਦੁਖੀ ਕਰਦੀ ਆ। ਉਹ ਤਾਂ ਮੈਂ ਤਾਂ ਇਹ ਸੋਚਦਾ ਜੇ ਇੰਨਾ ਮੈਂਟਲੀ ਸਟਰੋਂਗ ਹੋ ਕਿਵੇਂ ਹੋਇਆ ਜਾਵੇ ਜੀ, ਇਹ ਮੈਂ ਕਿੱਦਾਂ ਆਪਣੇ ਮਨ ਨੂੰ ਜਾਂ ਦਿਮਾਗ ਨੂੰ ਕਿੱਦਾਂ ਸਟਰੋਂਗ ਕਰਾਂ, ਕੀ ਕਰਾਂ? ਲੋਕੀ ਜਿਹੜੇ ਪੜ੍ਹਦੇ ਜ਼ਿਆਦਾ ਉਹ ਨਹੀਂ ਪੜ੍ਹਾਈ ਜੇ ਨਾ ਮੈਂ ਆਪਣੀਆਂ ਸਮੱਸਿਆਵਾਂ ਗਣਾਉਣ ਲੱਗਾ ਇੱਥੇ, ਵੀ ਕਿੰਨੇ ਬੰਦਿਆਂ ਨੇ ਮੈਨੂੰ ਧੋਖਾ ਦਿੱਤਾ ਆ, ਕਿੰਨਿਆਂ ਨੇ ਪੈਸੇ ਮਾਰੇ ਆ, ਜੇ ਮੈਂ ਦੁਨੀਆ ਦੀ ਨਿਗਾਹ ਚ ਦੇਖਾਂ ਨਾ, ਤੁਹਾਨੂੰ ਦੁਨੀਆ ਦੀ ਨਿਗਾਹ ਚ ਦੱਸਾਂ, ਤੇ ਮੈਨੂੰ ਨਹੀਂ ਲੱਗਦਾ ਮੇਰੇ ਟਾਈਮ ਦਾ ਜਾਂ ਮੇਰੇ ਤੋਂ 10 ਸਾਲ ਬਾਅਦ ਦਾ ਆਇਆ ਬੰਦਾ ਵੀ ਨਿਊਜ਼ੀਲੈਂਡ ਚ ਮੇਰੇ ਜਿੰਨਾ ਪਛੜਿਆ ਹੋਊਗਾ ਕੋਈ। ਸਰ ਜੀ ਤੁਸੀਂ ਆਪਣੀ ਸਟੋਰੀ ਦੱਸੋਗੇ, ਮੈਂ ਆਪਣੀ ਦੱਸੂਗਾ, ਤਾਂ ਮੈਂ ਰੋਂਦਾ ਥੋੜੀ ਆ, ਨਹੀਂ ਰੋਣਾ ਮੈਂ ਤਾਂ ਵਧੀਆ ਗੱਡੀ ਲੈ ਕੇ ਘੁੰਮਦਾ। ਮੈਨੂੰ ਜਦੋਂ ਨਿਆਣੇ ਨੂੰ ਛੁੱਟੀਆਂ ਹੁੰਦੀਆਂ, ਮੈਂ $10,000 ਲਾਇਆ ਉਹਨਾਂ ਛੁੱਟੀਆਂ ਤੇ, ਤਾਂ ਕੀ ਹੋ ਗਿਆ? ਇਹੀ ਤਹਿ ਦੀ ਬਰਾਵੇ ਘਰ ਫ੍ਰੀ ਹੋ ਜਾਊ ਜਦੋਂ ਹੁਣ ਆਊ। ਠੀਕ ਹੈ, ਹੁਣ ਉਹ ਸਟ੍ਰੈਸ ਲੈ ਕੇ ਕੀ ਕਰਨਾ? ਭਲਕੇ ਨੂੰ ਇੱਥੇ ਗੱਡੀ ਗੁੱਡੀ ਮਾਰੀ, ਕਿਸੇ ਨੇ ਗੋਲੀ ਮਾਰਤੀ, ਤੁਹਾਨੂੰ ਪਤਾ ਨਹੀਂ ਕਿੱਥੇ ਜਾਣਾ ਤੁਸੀਂ। ਇਸ ਕਰਕੇ ਉਹ ਸਟ੍ਰੈਸ ਕਾਤੇ ਲੈਣੀ ਆ? ਸਹੀ ਹੈ, ਉਹ ਕਿਸੇ ਨੇ ਦੂਰ ਨਹੀਂ ਕਰਨੀ, ਉਹ ਤੁਹਾਨੂੰ ਆਪ ਫੈਸਲਾ ਕਰਨਾ ਪੈਣਾ ਕਿਹੋ ਜਿਹੀ ਜ਼ਿੰਦਗੀ ਜੀਣੀ ਆ। ਆਪਣੀ ਜ਼ਿੰਦਗੀ ਦੇ ਬਾਦਸ਼ਾਹ ਤੁਸੀਂ ਖੁਦ ਬਣ ਸਕਦੇ ਆ, ਜਾਂ ਭਿਖਾਰੀ ਬਣ ਜਾਓ ਜਾਂ ਬਾਦਸ਼ਾਹ ਬਣ ਜਾਓ। ਇਹ ਬਾਦਸ਼ਾਹ ਬਣਨਾ ਇੱਥੇ ਮਿਲੀਅਨਰ ਬੰਦਿਆਂ ਨੂੰ ਵੀ ਅਸੀਂ ਜਾਣਦੇ ਆ ਵੀ ਜੇ ਉਹਨਾਂ ਨੂੰ ਕੋਈ $10 ਕਹਿਦਾ ਨਾ, ਇਹਦਾ $10 ਆਧਾਰੇ, ਉਹ ਕਹਿੰਦੇ ਜੀ ਅੱਜ ਕੱਲ ਕਰੋਨਾ ਆਇਆ ਆ, ਬਿਜ਼ਨਸ ਬਹੁਤ ਡਾਊਨ ਆ। ਜਾਨੀ $100 ਦੇਣ ਲੱਗਾ ਬੰਦਾ ਮਰਨ ਕਿਨਾਰੇ ਹੋ ਜਾਂਦਾ, ਮਰਨ ਕਿਨਾਰੇ। ਠੀਕ ਹੈ, ਹੁਣ ਉਹ ਜੇ ਤੁਸੀਂ ਕਹੋ ਕਿ ਉਹ ਸੁਖ ਇਦਾਂ ਨਹੀਂ ਹੈਗੇ ਵੀ ਤੁਹਾਨੂੰ ਪੈਸੇ ਦੇਣ ਲੱਗੇ ਭਿਖਾਰੀਆਂ ਵਾਂਗ, ਉਹ ਸਾਰੀ ਜ਼ਿੰਦਗੀ ਭਿਖਾਰੀਆਂ ਵਾਂਗੇ ਜੀਂਦੇ ਆ। ਅਕਾਊਂਟੈਂਟ ਕੋ ਜਾਣਗੇ, ਰੋਈ ਜਾਣਗੇ ਵੀ ਯਾਰ GST ਜ਼ਿਆਦਾ, ਕੋਈ ਤਰੀਕਾ ਲੱਭ, ਕਾਹਨੂੰ ਇੰਨਾ ਕਰੀ ਜਾਨਾ। IRD ਵਾਲੇ ਚਿੱਠੀ ਪਾ ਦੇਣਗੇ, ਉਹਨੂੰ ਕੋਈ ਫਰਿਆਦੀ ਹੋਏ ਰਹਿਣਗੇ ਵੀ ਹੈ ਨਹੀਂ ਜੀ ਬਿਜ਼ਨਸ ਘਾਟੇ ਚ ਜਾ ਰਿਹਾ, ਕਿਸ਼ਤਾਂ ਕਰ ਦਿਓ, ਕਿੱਥੋਂ ਦਈਏ ਅਸੀਂ। ਪੁਲਿਸ ਵਾਲਾ $50 ਦੀ ਟਿਕਟ ਦੇ ਦੇਵੇ, ਮਰਨ ਕਿਨਾਰੇ ਹੋ ਜਾਂਦੇ, ਉਹ ਯਾਰ ਟਿਕਟ ਮਿਲ ਗਈ, ਕੀ ਜ਼ਿੰਦਗੀ ਆ। ਬੰਦਾ ਮੈਂ ਦੇਖਦਾ ਹੁੰਦਾ ਉਹਨਾਂ ਨੂੰ, ਉਹਨਾਂ ਦੀਆਂ ਗੱਲਾਂ ਸੁਣ ਕੇ, ਵੀ ਜਿੰਨੇ ਕਰੋੜਾਂ ਚ ਤੁਸੀਂ ਖੇਡਦੇ ਆ, ਤੁਹਾਡੇ ਵਰਗੇ ਤਾਂ 2-2 ਮੁਨਸ਼ੀ ਮਨੀਮ ਰੱਖਣ ਥੱਲੇ, ਵੀ ਟਿਕਟ ਹੋਈ ਆ ਦੇ ਦੇ ਯਾਰ, ਦਫਾ ਕਰ ਤੂੰ ਗਾਹਾਂ, ਆਰਾਮ ਨਾਲ ਸੋਈਏ, ਘਰਾੜੇ ਮਾਰੋ ਆਰਾਮ ਨਾਲ, ਕਿਹੜਾ ਉੱਥੇ ਫੋਨ ਕਰੀ ਜਾਵੇ ਉਹਨਾਂ ਨੂੰ।
ਹੈ। ਜੇ ਆ ਰਹੇ ਆ ਤੁਹਾਡੇ ਕੋਲ, ਚਲੇ ਵੀ ਗਏ, ਬਿਜ਼ਨਸ ਹੈ ਕਾਹਦੇ ਲਈ ਆ? ਠੀਕ ਹੈ। ਜਿੰਨੇ ਪੈਸੇ ਜ਼ਿਆਦੇ ਆਉਂਦੇ ਆ ਉਹਨੇ ਵਰਤ ਲਓ ਜ਼ਿਆਦਾ, ਤੁਸੀਂ ਬਸ ਕੰਟਰੀ ਚੱਲੀ ਜਾਵੇ ਵਧੀਆ। ਠੀਕ ਹੈ। ਕਿਹੜੇ ਨਿਆਣੇ? ਗੁਰੂ ਨਾਨਕ ਦੇਵ ਜੀ ਨੇ ਇੰਨਾ ਜੋੜਿਆ ਸ਼੍ਰੀ ਚੰਦ ਲਈ, ਉਹ ਤਾਂ ਪਤਾ ਨਹੀਂ ਕਿੰਨਾ ਦਾ ਜੋੜਿਆ। ਨਹੀਂ ਮਤਲਬ ਕਿਹਨਾਂ ਦੀ, ਤੁਸੀਂ ਕਿਹਨਾਂ ਦੀ ਖਾਤਰ ਕਰਨਾ ਜੀ? ਮੈਂ ਤਾਂ ਕਰਨਾ, ਮੈਂ ਕਹਿੰਦਾ ਮੇਰਾ ਆਪਣਾ ਫਿਊਚਰ ਚੰਗਾ ਹੋਇਆ ਇਸ ਵੇਲੇ। ਨਹੀਂ ਫਿਊਚਰ ਵੀਰਾ ਦੇਖ, ਜਿੰਨੀ ਸਟ੍ਰੈਸ ਤਾਂ ਹੁਣ ਲਈ ਉਹ, ਤੈਨੂੰ ਤਾਂ 10 ਬਿਮਾਰੀਆਂ ਨੇ ਆ ਘੇਰਨਾ। ਨਹੀਂ ਬਿਮਾਰੀਆਂ ਤਾਂ ਨਹੀਂ ਲਾਗੇ ਲੱਗਣ ਦਿੰਦੀਆਂ, ਆਪਾਂ ਸਟ੍ਰੈਸ ਇੰਨੀ ਵੀ ਨਹੀਂ ਲਈਦੀ, ਪਰ ਸਟ੍ਰੈਸ ਲਈਦੀ ਆ ਜਦੋਂ ਲਈਦੀ, ਉਦੋਂ ਲਈਦੀ। ਕਿਉਂ ਲਈਦੀ ਆ? ਕਿਉਂ ਤੁਸੀਂ ਇੱਕ ਗੱਲ ਕਹੀ ਸੀਗੀ ਹਨਾ ਕਿ ਤੁਸੀਂ ਅੱਜ ਡਿਸੀਜਨ ਚੰਗਾ ਲਓਗੇ ਤਾਂ ਆਉਣ ਵਾਲਾ ਕੱਲ ਚੰਗਾ ਹੋਊਗਾ। ਨਹੀਂ ਡਿਸੀਜਨ ਤਾਂ ਲਓ, ਪਰ ਵੀਰਾ ਡਿਸੀਜਨ ਕਰਦਾ ਕਿ ਮੈਂ ਡਿਸੀਜਨ ਚੰਗਾ ਲੈ ਲਓ, ਪਰ ਸਟ੍ਰੈਸ ਨਾ ਲਓ। ਹੈਗਾ ਕਿ ਨਹੀਂ ਇਹਦੇ ਤੇ ਮੈਂ ਸਟ੍ਰੈਸ ਲੈਣਾ, ਤੂੰ ਚੰਗਾ ਹੈਗਾ ਕਿ ਨਹੀਂ? ਨਹੀਂ ਇਹਦੇ ਤੇ ਹੁਣ ਮੈਂ ਅੱਜ ਕੱਲ ਡਿਸੀਜਨ ਚੰਗਾ ਲਓ, ਡਿਸੀਜਨ ਲੈਣ ਦੀ ਸਟ੍ਰੈਸ ਨਾ ਲਓ ਤੇ ਲੈ ਲਿਆ ਛੱਡ ਦਈਏ। ਜਿਹੜਾ ਡਿਸੀਜਨ ਆ ਉਹਦੇ ਬਾਰੇ ਕੋਈ ਵੀ ਬੰਦਾ ਦੁਨੀਆ 'ਚ ਇਹ ਨਹੀਂ ਕਹਿ ਸਕਦਾ ਕਿ ਇਹ ਚੰਗਾ ਆ ਇਹ ਬੁਰਾ ਆ। ਡਿਸੀਜਨ ਲੈਣ ਲੱਗਿਆ ਇਹ ਸੋਚਣਾ ਪੈਂਦਾ ਆ ਕਿ ਇਹ ਬੈਸਟ ਪੋਸੀਬਲ ਆ। ਤੇ ਸਰ ਜੀ ਸੌਰੀ ਤੁਹਾਨੂੰ ਮੇਰੀ ਨਹੀਂ ਉਹ ਨਾ ਕਰੀ, ਪਹਿਲਾਂ ਮੇਰੀ ਗੱਲ ਸੁਣ। ਜਦੋਂ ਡਿਸੀਜਨ ਲੈਣਾ ਆ ਉਦੋਂ ਚੰਗਾ ਬੁਰਾ ਨਹੀਂ ਸੋਚ ਸਕਦੇ ਤੁਸੀਂ। ਠੀਕ ਹੈ। ਜਿੰਨੇ ਤੁਹਾਡੇ ਕੋਲ ਤੱਥ ਇਕੱਠੇ ਹੋਏ ਆ ਉਹ ਤੇ ਆਧਾਰਿਤ ਛੇਤੀ ਤੋਂ ਛੇਤੀ ਟਾਈਮ ਸਿਰ ਲੈਣਾ ਪੈਂਦਾ। ਉਹ ਜਦੋਂ ਲੈ ਲਿਆ ਉਹ ਤੋਂ ਬਾਅਦ ਜੇ ਸਫਲ ਹੋ ਗਏ ਤਾਂ ਠੀਕ ਆ, ਜੇ ਅਸਫਲ ਹੋ ਗਏ ਫਿਰ ਵੀ ਉਹ ਤੇ ਪਛਤਾਵਾ ਨਹੀਂ ਕਰਨਾ ਹੁੰਦਾ ਕਦੇ ਵੀ। ਅੱਛਾ ਜੀ। ਵੀ ਮੈਂ ਤੋਂ ਗਲਤ ਡਿਸੀਜਨ ਲੈ ਹੋ ਗਿਆ, ਨਹੀਂ, ਉਹ ਤੋਂ ਸਬਕ ਲੈ ਲੈਣਾ ਹੁੰਦਾ। ਠੀਕ ਹੈ। ਜਦੋਂ ਦੂਜਾ ਮੌਕਾ ਆਵੇ ਫਿਰ ਦੁਬਾਰਾ ਤੱਥ ਇਕੱਠੇ ਕਰੋ, ਉਹ ਤੇ ਆਧਾਰਿਤ ਫਿਰ ਫੈਸਲਾ ਲੈ ਲਓ। ਪਰ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ। ਤੁਸੀਂ ਇੱਕ ਗੱਲ ਕਹੀ ਸੀ ਕਿ ਡਿਸੀਜਨ ਜਦੋਂ ਤੁਸੀਂ ਲਓ ਹਨਾ, ਤੇ ਮੈਂ ਕਈ ਵਾਰ ਤੁਹਾਡੀ ਸਪੀਚ ਸੁਣੀ ਆ, ਤੁਸੀਂ ਹਮੇਸ਼ਾ, ਮੈਂ 2 ਉਦਾਹਰਨਾਂ ਤੇ ਰਹਿ ਜਾਂਦਾ ਆਪਣੀ ਜ਼ਿੰਦਗੀ ਦੇ ਡਿਸੀਜਨ ਤੇ ਤੁਸੀਂ 3 ਉਦਾਹਰਨਾਂ ਦੇ ਦਿੰਦੇ ਤੇ ਉਹ ਤੀਜੀ ਉਦਾਹਰਨ ਤੁਹਾਡੇ ਤੋਂ ਕਿੱਥੋਂ ਆਉਂਦੀ ਆ? ਇਹ ਤਾਂ ਥੋੜਾ ਜਿਹਾ ਮੈਨੂੰ ਗੱਲ ਦੱਸੋ, ਕਿਉਂਕਿ ਤੂੰ ਕਹਿੰਦੇ ਏਦਾਂ ਹੋ ਸਕਦਾ, ਏਦਾਂ ਨਹੀਂ, ਪਰ ਤੀਜੀ ਉਦਾਹਰਨ ਤੁਸੀਂ ਲਿਆਉਂਦੇ ਆ ਨਾ, ਏਦਾਂ ਨਹੀਂ। ਏਦਾਂ ਨਹੀਂ। ਦੇਖੋ ਸੰਤਰਾ ਖਾਧਾ ਕਦੇ? ਸੰਤਰਾ ਜੀ ਅੱਜੇ ਖਾਧਾ। ਖਰਬੂਜਾ ਅੱਜ ਨਹੀਂ ਖਾਧਾ, ਪਰ ਬਹੁਤ ਖਾਧਾ। ਮਹਿੰਗਾ ਖਰਬੂਜਾ ਹੁੰਦਾ ਕਿ ਸੰਤਰਾ? ਸਰ ਜੀ ਖਰਬੂਜਾ ਮਹਿੰਗਾ ਸਸਤਾ। ਖਰਬੂਜਾ ਮਹਿੰਗਾ ਹੋਊਗਾ, ਖਰਬੂਜਾ ਗਰੰਟੀ। ਇਹਨਾਂ ਮੁਲਕਾਂ 'ਚ ਖਰਬੂਜਾ ਮਹਿੰਗਾ ਹੁੰਦਾ। ਚਲੋ ਜੇ ਕੋਈ ਬੰਦਾ ਤੁਹਾਨੂੰ ਕਹੇ ਕਿ ਖਰਬੂਜਾ ਮਹਿੰਗਾ ਆ ਤੇ ਸੰਤਰਾ ਸਸਤਾ ਆ, ਖਰਬੂਜੇ ਨੂੰ ਸੰਤਰਾ ਕਿੱਦਾਂ ਬਣਾਵਾਂਗੇ ਅਸੀਂ? ਠੀਕ ਹੈ ਜੀ। ਬਣ ਜਾਊਗਾ? ਉਹ ਨਹੀਂ ਬਣਦਾ। ਖਰਬੂਜੇ ਨੇ ਖਰਬੂਜਾ ਰਹਿਣਾ, ਸੰਤਰੇ ਨੇ ਸੰਤਰਾ ਰਹਿਣਾ। ਹਾਂਜੀ ਠੀਕ ਹੈ, ਇਦਾਂ ਹੀ ਰਹਿਣ ਦੇਈਏ ਆਪਾਂ। ਠੀਕ ਹੈ। ਸਾਰੀ ਕਦੇ ਵੀ ਤੁਸੀਂ ਕਿਸੇ ਚੀਜ਼ ਲਈ ਕਾਪੀ ਨਹੀਂ ਕਰ ਸਕਦੇ ਕਿਸੇ ਦੀ। ਠੀਕ ਹੈ। ਜਿੱਦਾਂ ਦੇ ਤੁਸੀਂ ਹੈਗੇ ਆ ਨਾ, ਉਹਨੂੰ ਤੁਹਾਨੂੰ ਆਪਣੇ ਆਪ ਦੇ ਨਾਲ ਸਿੱਝਣਾ ਪੈਣਾ। ਆਪਣੀਆਂ ਕਮਜ਼ੋਰੀਆਂ ਦੇਖਣੀਆਂ ਪੈਣੀਆਂ, ਪਛਾਣਨੀਆਂ ਪੈਣੀਆਂ, ਉਹਨਾਂ ਤੇ ਕੰਮ ਕਰਨਾ ਪੈਣਾ। ਤੁਹਾਨੂੰ ਦੇਖਣਾ ਪੈਣਾ ਕਿ ਮੈਨੂੰ ਫਿਕਰ ਕਿਹੜੀ ਗੱਲ ਦਾ ਹੁੰਦਾ ਆ। ਭਾਜੀ ਠੀਕ ਹੈ, ਸਮਝ ਗਿਆ। ਉਹਦੇ ਉੱਤੇ ਕੰਮ ਕਰੋ। ਤੁਹਾਤੋਂ ਵਧੀਆ ਕਿਸੇ ਨੂੰ ਦੁਨੀਆ 'ਚ ਨਹੀਂ ਪਤਾ ਹੋਣਾ। ਠੀਕ ਹੈ। ਜਿਹੜੇ ਸਾਈਕੋਲੋਜਿਸਟ ਆ ਨਾ, ਫ੍ਰੀ ਦੇ ਪੈਸੇ ਲੈਂਦੇ ਆ। ਹਾਂਜੀ। ਬਸ ਉਹਨਾਂ ਨੂੰ ਪ੍ਰੋਸੈਸ ਪਤਾ ਹੈ, ਸਾਨੂੰ ਪਤਾ ਨਹੀਂ। ਮੈਨੂੰ ਕਿਹੜੀ ਗੱਲ ਦੀ ਸਟ੍ਰੈਸ ਆ, ਮੈਂ ਉਹਦੇ ਉੱਤੇ ਕੰਮ ਕਰਾਂ। ਪਰ ਸਰ ਮੈਨੂੰ ਵੀ ਨਹੀਂ ਪਤਾ ਪ੍ਰੋਸੈਸ, ਤੁਹਾਨੂੰ ਪਤਾ, ਤੁਸੀਂ ਦੱਸੋ ਤਾਂ ਸਹੀ ਤੇ ਕੀ ਗੱਲ ਵਾ? ਨਹੀਂ, ਜਿਹੜੀ ਚੀਜ਼ ਦੀ ਚਿੰਤਾ ਆ ਵੀਰਾ, ਉਹਨਾਂ ਡੀਲ ਕਰ। ਪਹਿਲੀ ਗੱਲ ਤਾਂ ਇਹ ਆ, ਇੱਛਾ ਪਾਲਣੀ ਬੰਦ ਕਰ, ਆਪਣੇ ਆਪ ਨੂੰ ਪਛਾਣ ਲਾ। ਠੀਕ ਆ। ਜਿੰਨਾ ਅਜੇ ਟਿਕਾ ਆਪਣੇ ਆਪ ਨੂੰ ਇਹ ਸੁਨੇਹਾ ਦੇ ਕਿ 2 ਸਾਲ ਮੈਂ ਕੁਛ ਨਹੀਂ ਕਰਨਾ, ਮੈਂ ਜੌਬ ਤੇ ਜਾਣਾ, ਕੰਮ ਕਰਨਾ ਆ ਜਾਂ ਆਪਣਾ ਬਿਜ਼ਨਸ ਕਰ ਰਿਹਾ ਆ, ਜਿੰਨੇ ਪੈਸੇ ਆਉਂਦੇ ਮੈਂ ਉਹਦੇ ਨਾਲ ਗੁਜ਼ਾਰਾ ਕਰਨਾ, ਮੈਂ ਧਿਆਨ ਹੀ ਰੱਖਣਾ ਵੀ ਪੱਕਾ ਕਿੱਦਾਂ ਹੋਵਾਂ। ਠੀਕ ਹੈ ਜੀ। ਆਪਣਾ ਫੋਕਸ ਉਸ ਗੱਲ ਤੇ ਕਰੋ ਵੀ ਉੱਥੇ ਆਸਟ੍ਰੇਲੀਆ 'ਚ ਪੱਕੇ ਕਿੱਦਾਂ ਹੋਣਾ ਹੈ।
ਠੀਕ ਹੈ ਜੀ। ਹੋ ਸਕਦਾ ਤੁਸੀਂ ਠੰਡੇ ਰਹਿ ਕੇ ਇਮਾਨਦਾਰੀ ਨਾਲ ਕੰਮ ਕਰਦੇ ਹੋਵੋ, ਬਿਜ਼ਨਸ ਤੇ ਕੋਈ ਚੰਗੀ ਕੁੜੀ ਆਵੇ, ਚੰਗਾ ਪਰਿਵਾਰ ਆਵੇ, ਉਹ ਕਹਿਣ ਪਏ ਭਾਈ ਬੰਦਾ ਠੰਡਾ ਬੜਾ ਆ, ਅਸੀਂ ਕੁੜੀ ਦਾ ਰਿਸ਼ਤਾ ਕਰਨਾ, ਕੁੜੀ ਸਾਡੀ ਪੱਕੀ ਆ। ਹਾਂਜੀ। ਤੁਹਾਨੂੰ ਪੱਕੀ ਕੁੜੀ ਦਾ ਰਿਸ਼ਤਾ ਹੋ ਜਾਏ, ਠੀਕ ਹੈ ਜੀ। $60,000-70,000 ਦਾ ਕੰਮ ਹੋਣਾ ਪੱਕੇ ਹੋਣ ਦਾ, ਜਿਹੜਾ ਫ੍ਰੀ ਚ ਹੋ ਜਾਣਾ। ਠੀਕ ਹੈ ਜੀ। ਉੱਤੇ ਉਹ ਜੌਬ ਕਰਦੀ ਹੋਈ। ਹਾਂਜੀ। ਹੁਣ ਉਹਨਾਂ ਦਾ ਕੁੜੀ ਵਾਲਿਆਂ ਦੇ 2-4 ਪੈਟਰੋਲ ਪੰਪ ਹੋਏ, ਅਗਲੇ ਨੇ ਕਿਹਾ ਵੀ ਕਾਕਾ ਆ ਜਾ ਇੱਕ ਪੰਪ ਤੇ ਤੂੰ ਬਹਿ ਜਾ। ਸੁਪਨਾ ਦੱਸੂਗਾ। ਹੁਣ ਜਿੱਦਾਂ ਦੁਖੀ ਹੋ ਕੇ ਫਿਰਦੇ ਆ ਤੁਸੀਂ, ਕੋਈ ਬੰਦਾ ਪਸੰਦ ਕਰੂਗਾ ਤੁਹਾਨੂੰ? ਮੈਂ ਦੁਖੀ ਤਾਂ ਨਹੀਂ, ਪਰ ਮੇਰੀ ਚਾਹ ਜੀ ਦੁੱਖ ਨਹੀਂ ਹੈਗਾ। ਮੈਂ ਤਾਂ ਤੁਹਾਨੂੰ ਆਲਵੇਸ ਟੇਕ ਅ ਮੋਟੀਵੇਸ਼ਨ। ਮੈਂ ਤੁਹਾਨੂੰ ਆਪਣਾ ਦੁੱਖ ਦੱਸ ਨਹੀਂ ਉਹ ਨਹੀਂ, ਇਹ ਵੀਰਾ ਇਹ ਆਪੇ ਸਹਿੜਿਆ ਹੋਇਆ, ਇਹਦਾ ਹੱਲ ਨਹੀਂ ਹੈਗਾ ਕੋਈ। ਇਹਦਾ ਨਹੀਂੜਾ ਸਿਰੇ ਦਾ ਹੱਲ ਨਹੀਂ। ਜਿਹੜੀ ਬਹੁਤ ਉੱਚੀ ਇੱਛਾ ਪਾਲ ਕੇ ਅਸੀਂ ਛੇਤੀ ਉੜਨਾ ਚਾਹੁੰਦੇ ਆ, ਇਹਦਾ ਕੋਈ ਹੱਲ ਨਹੀਂ ਧਰਤੀ ਦੇ ਉੱਤੇ। ਠੀਕ ਹੈ। ਇਹ ਚੀਜ਼ ਆਪ ਦੇਖੋ, ਤੁਸੀਂ ਮੰਨ ਲਓ ਬਿਜ਼ਨਸ ਕਰਦੇ ਆਪਣਾ। ਹਾਂਜੀ। ਜੇ ਤੁਹਾਨੂੰ ਵਰਕਰ ਦੀ ਲੋੜ ਹੋਵੇ, ਹਾਂਜੀ, ਕੋਈ ਬੰਦਾ ਆ ਕੇ ਬੈਠੇ ਤੁਹਾਡੇ ਮੂਹਰੇ, ਹਾਂਜੀ, ਤੇ ਤੁਹਾਡੇ ਨਾਲ ਏਦਾਂ ਗੱਲਾਂ ਕਰੇ ਵੀ ਮੇਰੇ ਚ ਯੋਗਤਾ ਬਹੁਤ ਆ, ਪਰ ਮੈਨੂੰ ਕੰਮ ਦੇ ਬੰਦੇ ਨਹੀਂ ਮਿਲਦੇ, ਜਿੱਥੇ ਵੀ ਜੌਬ ਲੱਭਣ ਜਾਣਾ ਕਮੀਨੇ ਜਾਂ ਬੰਦੇ ਹੁੰਦੇ ਆ, ਤੁਸੀਂ ਰੱਖੋਗੇ ਉਹਨੂੰ ਕੰਮ ਤੇ? ਨਹੀਂ ਜੀ, ਬਸ ਮੈਨੂੰ ਉਹਦੀਆਂ ਗੱਲਾਂ, ਜੇ ਮੈਂ ਕੰਮ ਤੇ ਰੱਖੂ, ਮੈਂ ਉਹਨੂੰ ਗੱਲਾਂ ਨਹੀਂ ਸੁਣਦਾ, ਮੈਂ ਉਹਨੂੰ ਕੰਮ ਦੇਖਦਾ। ਜੇ ਕੰਮ ਕਰਨ ਵਾਲਾ ਠੀਕ ਆ। ਨਹੀਂ ਮਤਲਬ ਮੈਂ ਗੱਲ ਕਰਦਾ ਵੀ ਜਿਹੜੀ ਤੁਹਾਡੀ ਫਰਸਟ੍ਰੇਸ਼ਨ ਆ ਨਾ, ਉਹ ਦੂਜਿਆਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਕਰਦੀ ਤੁਹਾਡੇ ਲਈ। ਇਹ ਗੱਲ ਸਹੀ ਆ। ਹੁਣ ਜਿਹਦੇ ਮਨ ਚ ਤੁਹਾਡੇ ਲਈ ਨਫ਼ਰਤ ਪੈਦਾ ਹੋ ਗਈ ਨਾ, ਉਹਨੇ ਦੂਰੀ ਬਣਾਉਣੀ ਆ ਤੁਹਾਡੇ ਨਾਲੋਂ। ਇਹ ਤਾਂ ਹੈ। ਜਿਹੜੀ ਚੀਜ਼ ਨਾਲ ਤੁਹਾਡੇ ਮਤਲਬ ਕੋ ਖਾਣਾ ਆ, ਜੇ ਤੁਹਾਨੂੰ ਚਿਕਨ ਦੇ ਨਾਲ ਨਫ਼ਰਤ ਆ, ਆਈ ਲਵ ਚਿਕਨ ਭਾਜੀ, ਜਿਹੜਾ ਚਲੋ ਮੰਨ ਲਓ ਤੁਹਾਨੂੰ ਤਲੀਓ ਚੀਜ਼ ਨਾਲ ਨਫ਼ਰਤ ਆ, ਠੀਕ ਆ, ਮੰਨ। ਜਿਹੜੇ ਟੇਕਵੇ ਚ ਤਲੀਆਂ ਚੀਜ਼ਾਂ ਬਣਦੀਆਂ ਉੱਥੋਂ ਲੰਘੋਗੇ ਤੁਸੀਂ, ਉਹਦੇ ਅੰਦਰ ਜਾਓਗੇ ਤੁਸੀਂ? ਜੇ ਨਫ਼ਰਤ ਆ ਨਹੀਂ, ਉਹਦੇ ਨਾਲੋਂ ਦੂਰੀ ਬਣਾਉਣੀ ਆ ਤੁਸੀਂ। ਹਾਂਜੀ। ਇਦਾਂ ਬੰਦਿਆਂ ਦਾ ਸੁਭਾਅ ਆ, ਜਿਹੜੇ ਬੰਦੇ ਨਾਲ ਕਿਸੇ ਨੂੰ ਨਫ਼ਰਤ ਹੋ ਜਾਂਦੀ ਆ, ਉਹ ਤੋਂ ਦੂਰੀ ਬਣਾਉਣ ਲੱਗ ਪੈਂਦਾ ਅਗਲਾ। ਠੀਕ ਹੈ ਜੀ। ਉਹਦੇ ਨੇੜੇ ਨਹੀਂ ਜਾਂਦਾ, ਉਹ ਤੇ ਭਰੋਸਾ ਨਹੀਂ ਕਰਨਾ ਚਾਹੁੰਦਾ। ਹਾਂਜੀ। ਹੁਣ ਕੱਲੀ ਅੱਜ ਦੀ ਗੱਲ ਨਹੀਂ ਹੈਗੀ, ਜਦੋਂ ਤੁਹਾਡਾ ਵਿਆਹ ਹੋਣਾ, ਠੀਕ ਹੈ, ਜਦੋਂ ਤੁਸੀਂ ਏਦਾਂ ਦੀਆਂ ਨਿਰਾਸ਼ਾ ਵਾਲੀਆਂ ਗੱਲਾਂ ਕਰਨੀਆਂ ਆ, ਟੀਮੀ ਨੇ ਕਿਹਾ ਕਰਨਾ ਵੀ ਛੱਡ ਯਾਰ ਮੈਂ ਟੀਵੀ ਦੇਖ ਲੈਣੀ ਆ, ਤੇਰੇ ਕੋਲ ਬਹਿ ਕੇ ਤਾਂ ਬੰਦਾ ਦੁਖੀ ਹੋ ਜਾਂਦਾ। ਹਾਂਜੀ। ਹੁਣ ਜਦੋਂ ਨਿਆਣਿਆਂ ਨੇ ਹੁਣ ਉਹ ਨਹੀਂ ਕਹਿਣਾ ਵੀ ਬਾਪੂ ਜਾ ਪਰੇ ਹੋਰ ਕੁਛ ਕਰ ਲਾ, ਕਾਹਨੂੰ ਮੇਰਾ ਸਿਰ ਖਾਈ ਜਾਂਦਾ। ਓਹ ਥੈਂਕ ਯੂ। ਠੀਕ ਹੈ। ਫਿਰ ਇੱਕ ਸਟੇਜ ਆਉਂਦੀ ਆ, ਤੁਹਾਨੂੰ ਆਪਣੇ ਆਪ ਨਾਲ ਵੀ ਨਫ਼ਰਤ ਹੋਣ ਲੱਗ ਪੈਣੀ। ਤੁਸੀਂ ਜਦੋਂ ਨਾ ਬੰਦੇ ਦੀ ਫਰਸਟ੍ਰੇਸ਼ਨ ਵੱਧਦੀ ਆ, ਹਾਂਜੀ, ਜਦੋਂ ਡਿਪਰੈਸ਼ਨ ਚ ਜਾਣ ਲੱਗਦਾ ਆ, ਹਾਂਜੀ, ਉਹ ਸਿਚੁਏਸ਼ਨ ਹੁੰਦੀ ਹੈ ਜਦੋਂ ਆਪਣੇ ਆਪ ਨਾਲ ਘਿਣ ਹੋਣ ਲੱਗ ਪੈਂਦੀ ਹੈ, ਨਫ਼ਰਤ ਹੋਣ ਲੱਗ ਪੈਂਦੀ ਹੈ। ਠੀਕ ਹੈ। ਡਿਪਰੈਸ਼ਨ ਉਦੋਂ ਆਉਂਦਾ ਆ, ਉਦੋਂ ਸਰੀਰ ਦਾ ਇਮਿਊਨ ਸਿਸਟਮ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਗਵਾ ਲੈਂਦਾ। ਓਹੋ। ਉਦੋਂ ਜਿਹੜੀ ਬਿਮਾਰੀ ਆਉਂਦੀ ਆ ਔਰ ਛਾਲਾ ਮਾਰ ਕੇ ਆਉਂਦੀ ਆ। ਠੀਕ ਹੈ ਜੀ। ਠੀਕ ਹੈ। ਫਿਰ ਅੰਦਰ ਇੰਨੀ ਹਿੰਮਤ ਨਹੀਂ ਹੁੰਦੀ ਬੰਦਾ ਕਹੇ ਵੀ ਮੈਂ ਖਾਣਾ ਸੁਧਾਰ ਲਵਾਂ ਆਪਣਾ, ਜਾਂ ਮੈਂ ਸਵੇਰੇ ਉੱਠ ਕੇ ਸੈਰ ਕਰਿਆ ਕਰਾਂ। ਠੀਕ ਹੈ। ਇਸ ਕਰਕੇ ਇਹ ਹੁਣ ਟਾਈਮ ਆ ਜਦੋਂ એનર્ਜੀ ਆ ਨਾ, ਉਦੋਂ ਇਹਨਾਂ ਚੀਜ਼ਾਂ ਨੂੰ, ਆਪਣੀ ਸਟ੍ਰੈਸ ਨੂੰ ਮੈਨੇਜ ਕਰਨ ਦਾ ਟਾਈਮ ਹੋਣੇ ਆ। ਕਿੱਦਾਂ ਮੈਨੇਜ ਕਰੀਏ ਸਰ ਜੀ? ਨਹੀਂ, ਇੱਛਾ ਛੋਟੀ ਪਾਲੋ ਨਾ ਆਪਣੀ। ਇੱਛਾ ਛੋਟੀ ਕਰ ਲਈ, ਹੁਣ ਕਰ ਲਈ। ਮਤਲਬ ਆਪਣਾ ਫੋਕਸ ਇਹ ਰੱਖੋ ਵੀ ਮੈਂ ਕੰਮ ਕਰ ਰਿਹਾ, ਮੇਰਾ ਕੰਮ ਬਹੁਤ ਵਧੀਆ ਆ, ਮੈਂ ਧਿਆਨ ਇਹ ਰੱਖਣਾ ਵੀ ਮੈਨੂੰ ਅਪਰਚੁਨਿਟੀ ਮਿਲੇ, ਮੈਂ ਪੱਕਾ ਕਿੱਦਾਂ ਹੋਵਾਂ ਇੱਥੇ, ਬਸ। ਠੀਕ ਹੈ। ਉੱਥੇ ਤੱਕ ਰੱਖੋ ਆਪ। ਤੁਸੀਂ ਦੇਖਿਓ ਤੁਹਾਨੂੰ ਵਧੀਆ ਲੱਗਣ ਲੱਗ ਪੈਣਾ, ਤੁਹਾਨੂੰ ਲੱਗਣਾ ਮੈਂ ਤਾਂ ਕਿੰਨਿਆਂ ਤੋਂ ਵਧੀਆ ਆ। ਨਹੀਂ ਇਹ ਸੱਚੀ, ਮੈਂ ਤੁਹਾਡੀ ਲਾਸਟ ਸਪੀਚ ਸੁਣੀ ਸੀ ਤੇ ਉਹਦੇ ਚ ਤੁਸੀਂ ਇਹ ਗੱਲਾਂ ਕੀਤੀਆਂ ਸੀਗੀਆਂ, ਤੇ ਉਹਦੇ ਚ ਤੁਸੀਂ ਕਹਿੰਦੇ ਤੁਸੀਂ ਆਪਣੀ ਔਕਾਤ ਦੇਖੋ ਬਈ ਕਿ ਤੁਸੀਂ ਕਿੱਥੇ ਤੱਕ ਜਾ ਸਕਦੇ ਆ, ਤੇ ਤੁਸੀਂ ਕਿਸੇ ਨੂੰ ਉੱਚਾ ਦੇਖ ਕੇ ਉੱਥੇ ਮੈਂ ਪਹੁੰਚਣਾ ਚਾਹੁੰਦਾ, ਮੈਂ ਉੱਥੇ ਹੋਣਾ ਚਾਹੁੰਦਾ ਸੀ, ਉਹਨੂੰ ਦੇਖੋ ਮੱਚੋ ਨਾ। ਇਹ ਗੱਲਾਂ ਮੈਂ ਸੁਣੀਆਂ ਤੁਹਾਡੀਆਂ, ਮੈਨੂੰ ਉਹਦੇ ਤੇ ਮੈਂ ਹੁਣ ਬੇਸ ਕਰ ਰਿਹਾ ਆਪਣੇ ਆਪ ਨੂੰ
ਨਹੀਂ ਟਾਈਮ ਲੱਗਦਾ ਹੁੰਦਾ ਹਰ ਚੀਜ਼ ਲਈ। ਇੱਕਦਮ ਦੇਖੋ ਜਦੋਂ ਨਾ ਦਰਖਤ ਨੂੰ ਫੁੱਲ ਲੱਗਦੇ ਆ ਹਾਂਜੀ ਹਨਾ, ਜੇ ਬੰਦਾ ਇਦਾਂ ਕਰੇ ਵੀ ਫੁੱਲ ਤੋੜ ਕੇ ਫਟਾਫਟ ਤੂੜੀ ਚ ਨੱਪ ਦੇਵੇ ਵੀ ਪੱਕ ਜਾਊਗੇ ਤਾਂ ਅੰਬ ਚੂਪਾਂਗੇ ਕੱਲ ਨੂੰ, ਨਹੀਂ ਠੀਕ ਹੈ। ਹੁਣ ਕੋਰ ਲੱਗਾ ਹੋਵੇ ਅੰਬ ਨੂੰ ਤਾਂ ਬੰਦਾ ਉਹਨੂੰ ਤੋੜ ਕੇ ਤੂੜੀ ਚ ਦੱਬ ਦੇਵੇ ਏਦਾਂ ਵੀ ਲੈ ਇਹ ਪੱਕ ਜਾਣਾ ਦਿਹਾੜੀ ਚ ਤਾਂ ਫਿਰ ਚੂਪਾਂਗੇ। ਹਾਂਜੀ ਇਦਾਂ ਨਹੀਂ ਹੋਣਾ, ਪਹਿਲਾਂ ਉਹ ਤੋਂ ਅੰਬੀ ਬਣਨੀ ਆ, ਫਿਰ ਥੋੜਾ ਵੱਡਾ ਉਹਦੇ ਚ ਗੁੱਦਾ ਜਦੋਂ ਪੈ ਗਿਆ, ਜਦੋਂ ਵੱਡਾ ਹੋ ਗਿਆ ਫਿਰ ਤੋੜ ਕੇ ਨੱਪ ਦਿਓ। ਠੀਕ ਹੈ ਜੀ, ਉਹਨਾਂ ਚਿਰ ਵੇਟ ਕਰੋ।